ਇੱਕ ਟਾਈਮ 'ਤੇ ਮੇਰੀ ਮਾਂ ਮੈਨੂੰ ਕਹਿੰਦੀ ਸੀ ਮੇਰੇ ਮੁੰਡੇ ਵਰਗਾ ਮੁੰਡਾ ਨਹੀਂ ਹੈਗਾ, ਸਾਰੇ ਸ਼ਹਿਰ 'ਚ ਕਹਿੰਦੇ ਸੀਗੇ। ਪਰ ਅੱਜ ਹੀ ਉਹ ਵੀ ਮਾਂ ਹੁਣ ਮੈਨੂੰ ਐਂ ਕਹਿ ਦਿੰਦੀ ਹੈ ਕਈ ਵਾਰੀ, ਕਹਿੰਦੀ ਤੂੰ ਮੇਰਾ ਸਿਰ ਨੀਵਾਂ ਕਰਾਤਾ। ਨੋਵਾ ਵੇਚਤੀਆਂ ਆਪਦੀਆਂ, ਤੂੰ ਜਵੈਲਰੀ ਵੇਚਤੀ। ਹੁਣ ਫਿਰ ਇੱਥੇ ਤੱਕ ਆ ਗਿਆ ਸੀਗਾ ਕਿ ਵੀ ਮੈਂ ਆਪਦੇ ਜਿਹੜੇ ਇੱਕ ਨਸ਼ੇੜੀ ਦਾ ਦਿਮਾਗ ਹੁੰਦਾ ਨਾ ਜੀ, ਜਿਹੜਾ ਉਹ ਬਹੁਤ ਤੇਜ਼ ਚੱਲਦਾ ਨੋਰਮਲ ਬੰਦੇ ਤੋਂ। ਉਹ ਕੋਈ ਨਾ ਕੋਈ ਵੇ ਆਊਟ ਕੱਢਦਾ ਹੈ ਕਿ ਵੀ ਹਾਂ ਇੱਦਾਂ ਨਹੀਂ ਤਾਂ ਮੈਂ ਇੱਦਾਂ ਸਹੀ, ਇੱਦਾਂ ਨਹੀਂ ਤਾਂ ਮੈਂ ਇੱਦਾਂ ਸਹੀ। ਕਿ ਆਪਾਂ ਕੋਈ ਬਾਹਰੋਂ ਖਾਣ ਨੂੰ ਵੀ ਮੰਗਾਈਦਾ ਸੀ, ਮੈਂ ਤਾਂ ਉਹਨਾਂ ਤੱਕ ਨੂੰ ਐਂ ਕਰ ਦਿੰਦਾ ਸੀਗਾ ਕਿ ਵੀ ਪੈਸੇ ਦੇ ਦਾਂਗਾ ਤੁਹਾਨੂੰ ਵੱਧ, ਵੀ ਤੁਸੀਂ ਮੈਨੂੰ ਸਮਾਨ ਲਿਆ ਦਿਓ ਬਸ। ਡਿਲੀਵਰੀ ਬॉयਜ਼ ਤੱਕ ਨੂੰ ਨਸ਼ਾ ਡਿਲੀਵਰ ਕਰਨ ਦੇ ਲਾਤਾ ਸੀ। ਵੀ ਉਹਨਾਂ ਦੇ ਬਾਅਦ 'ਚ ਆਪ ਹੀ ਫੋਨ ਆਉਣ ਲੱਗ ਪੈਂਦੇ ਸੀ, ਭਾਜੀ ਤੁਸੀਂ ਕੁਝ ਖਾਣ ਨੂੰ ਤਾਂ ਨਹੀਂ ਮੰਗਾਉਣਾ। ਵੀ ਡਿਲੀਵਰੀ ਬॉयਜ਼ ਨੇ ਮੈਨੂੰ ਐਂ ਕਹਿੰਦਾ, ਭਾਜੀ ਤੁਸੀਂ ਕੁਝ ਖਾਣ ਨੂੰ ਨਹੀਂ ਮੰਗਾਉਣਾ। 15 ਸਾਲ ਹੋ ਗਏ ਜਿਵੇਂ ਤੁਸੀਂ 29 ਦੇ ਹੋ, ਜੇ 14 ਸਾਲਾਂ ਦੀ ਉਮਰ 'ਚ ਵੀ ਤੁਸੀਂ ਲੱਗੇ ਨਸ਼ਾ ਕਰਨ, ਤਾਂ ਬਈ ਸਭ ਤੋਂ ਪਹਿਲਾਂ ਨਸ਼ਾ ਕਿਹੜਾ ਕੀਤਾ ਸੀ ਤੁਸੀਂ? ਬਸ ਉਹ ਦਾਰੂ ਨੇ, ਮੈਂ ਦਾਰੂ ਤੋਂ ਸ਼ੁਰੂ ਹੁੰਦਾ ਗਿਆ ਜੀ, ਦਾਰੂ ਤੋਂ ਅੱਗੇ ਵੱਧਦਾ ਹੀ ਗਿਆ, ਕਦੇ ਪਿੱਛੇ ਪੈਰ ਨਹੀਂ ਪੱਟ ਕੇ ਦੇਖਿਆ ਮੈਂ। ਦਾਰੂ ਦੇ ਨਾਲ ਚੱਲਦਾ ਹੀ ਗਿਆ ਅੱਗੇ ਨੂੰ, ਦਾਰੂ ਪੀਂਦਾ ਗਿਆ। ਦਾਰੂ ਮਤਲਬ ਕਿ ਦਾਰੂ ਦੇ ਵਿੱਚ ਵੀ ਇੰਨਾ ਕੁਛ ਉਜਾੜਤਾ, ਕਦੇ ਸਮਝ ਹੀ ਨਹੀਂ ਆਇਆ ਕਿ ਬਈ ਇਹ ਨਸ਼ਾ ਕਰਾ ਕੀ ਰਿਹਾ। ਦਿਮਾਗ ਕਹਿੰਦਾ ਸੀਗਾ ਕਿ ਬਈ ਨਹੀਂ ਕਰਨਾ, ਆਪਣੇ ਆਪ ਦੇ ਪੈਰ ਵੀ ਰੋਕ ਕੇ ਦੇਖ ਲਿਆ, ਆਪਣੇ ਆਪ ਨੂੰ ਘਰੇ ਜਿੰਦੇ ਵੀ ਲਾ ਕੇ ਦੇਖ ਲਏ, ਪਰ ਨਹੀਂ, ਦਾਰੂ ਨਸ਼ਾ ਨਹੀਂ ਰਹਿਣ ਦਿੰਦਾ ਸੀਗਾ ਘਰੇ। ਕਿ ਵੀ ਕਿਸੇ ਨੂੰ ਕੁਛ ਸਮਝਦਾ ਹੀ ਨਹੀਂ ਸੀਗਾ ਕਿ ਵੀ ਮੈਂ ਆਪਣੇ ਆਪ 'ਚ ਕਹਿੰਦਾ ਸੀ ਵੀ ਮੈਂ ਰਾਜਾ ਆ, ਮੈਂ ਚਿੱਟਾ ਪੀ ਰਿਹਾ ਤਾਂ ਮੈਂ ਆ, ਬਸ ਕਿਸੇ ਨੂੰ ਕੁਛ ਨਹੀਂ ਸਮਝਿਆ। ਕਦੇ ਮਹਿਸੂਸ ਹੋਇਆ ਕਿ ਜੇ ਮੈਂ ਆਹ ਰਾਹ ਨਾ ਪਿਆ ਹੁੰਦਾ ਤੇ ਅੱਜ ਕਿੱਥੋਂ ਤੋਂ ਕਿੱਥੇ ਹੁੰਦਾ? ਸਾਰੀ ਰਾਤ ਬੈਠ ਕੇ ਸੋਚਦਾ ਰਿਹਾ ਵੀ ਅੱਜ ਅਗਰ ਨਸ਼ਾ ਨਾ ਕਰਿਆ ਹੁੰਦਾ ਤਾਂ ਅੱਜ ਕਿਤੇ ਦਾ ਕਿਤੇ ਆਪਦਾ ਬਿਜ਼ਨਸ ਵੀ ਕਿਤੇ ਦਾ ਕਿਤੇ ਹੁੰਦਾ, ਮੇਰੇ ਘਰ ਦੇ ਵੀ ਸੁਖੀ ਹੁੰਦੇ। ਘਰੋਂ ਬਾਹਰ ਨਿਕਲ ਕੇ ਕੁਛ ਨਹੀਂ, ਪਹਿਲਾ ਕੰਮ ਕੀ ਹੁੰਦਾ ਸੀਗਾ? ਨਸ਼ਾ। ਪਹਿਲਾ ਕੰਮ ਹੀ ਨਸ਼ਾ ਕਰਨਾ। ਬਾਅਦ 'ਚ ਅਗਰ ਕੋਈ ਉਹਨਾਂ ਨੇ ਘਰਦਿਆਂ ਨੇ ਜੇ ਪੈਸੇ ਦਿੱਤੇ। ਨਸ਼ਾ ਲੈਂਦੇ ਕਿੱਥੋਂ ਸੀ, ਆਉਂਦਾ ਕਿੱਥੋਂ ਹੈ ਤੁਹਾਡੇ ਕੋਲ? ਜੀ ਮੈਨੂੰ ਘਰੇ ਤਾਲੇ ਵੀ ਲਾਏ ਗਏ ਨਾ ਜੀ, ਤਾਂ ਮੈਂ ਛੱਤ ਦੇ ਰਾਹੀਂ ਆਪਦੀ ਕਦੀ ਮੰਗਾ ਲੈਣਾ ਫ਼ੋਨ ਕਰਕੇ, ਕਦੇ ਮੁੰਡਿਆਂ ਨੂੰ ਆਪਣੇ ਨਾਲ ਦਿਆਂ ਨੂੰ ਫ਼ੋਨ ਕਰਨਾ, ਉਹਨਾਂ ਨੂੰ ਕਹਿਣਾ ਬਈ ਮੈਨੂੰ ਮਿਲਣ ਦੇ ਬਹਾਨੇ ਆਓ, ਮੈਨੂੰ ਆ ਕੇ ਨਸ਼ਾ ਦੇ ਕੇ ਜਾਓ। ਅੱਗ ਤੱਕ ਲਾਉਣ ਦੀ ਕੋਸ਼ਿਸ਼ ਕਰੀ ਆਪਣੇ ਆਪ ਨੂੰ ਕਿ ਵੀ ਮੈਂ ਆਪਦੇ ਆਪ ਨੂੰ ਅੱਗ ਲਾ ਲਾਂ, ਵੀ ਮੈਂ ਤੋੜ ਨਹੀਂ ਸਹੀ ਜਾ ਰਹੀ। ਹੁਣ ਜਿਹੜੀ ਆ ਨਸ਼ੇ ਦੀ ਤੋੜ ਹੈ ਮੇਰੇ ਤੋਂ ਇਹ ਨਹੀਂ ਸਹੀ ਜਾ ਰਹੀ, ਵੀ ਮੇਰਾ ਇੰਨਾ ਬੁਰਾ ਹਾਲ ਸੀਗਾ। ਸਰੀਰ 'ਚ ਇੰਨੀ ਕੁ ਜਾਨ ਨਹੀਂ ਸੀ ਕਿ ਮੈਂ ਆਪਦੇ ਉੱਠ ਕੇ ਭਾਂਡੇ ਆਏ ਸਿੰਕ 'ਚ ਰੱਖ ਦਾਂ ਕਿ ਬਈ ਹਾਂ ਘਰ ਦੇ ਭਾਂਡੇ ਧੋ ਦੂੰਗੇ। ਤਾਂ ਬਈ ਪੈਸੇ ਨਹੀਂ ਹੁੰਦੇ ਸੀ, ਫਿਰ ਕਿਵੇਂ ਅਰੇਂਜ ਕਰਦੇ ਸੀ ਨਸ਼ਾ? ਮਿਹਨਤਾਂ ਕਰਨੀਆਂ, ਕਦੇ ਪੈਡਲਰ ਦੀ ਮਿਹਨਤ ਕਰਨੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। ਪੰਜਾਬ 5 ਦਰਿਆਵਾਂ ਦੀ ਧਰਤੀ, ਜਿੱਥੇ 5 ਦਰਿਆ ਪਾਣੀ ਦੇ ਤੇ 6ਵਾਂ ਦਰਿਆ ਦੁੱਧ ਦਾ। ਪਰ ਮੇਰੇ ਪੰਜਾਬ ਨੂੰ ਅਜਿਹੀ ਨਜ਼ਰ ਲੱਗੀ ਕਿ ਪਾਣੀ ਦੇ ਦਰਿਆ ਸੁੱਕ ਗਏ ਤੇ ਦੁੱਧ ਵੀ ਨਕਲੀ ਮਿਲਣ ਲੱਗ ਗਿਆ। ਪਰ ਜਿਹੜਾ ਦਰਿਆ ਇੱਥੇ ਭਰ ਕੇ ਵਗਦਾ ਰਿਹਾ ਉਹ ਹੋਇਆ ਨਸ਼ੇ ਦਾ। ਸਾਡੇ ਨਾਲ ਇੱਕ ਨੌਜਵਾਨ ਬੈਠਾ ਹੈ ਜਿਸ ਨੇ ਨੌਜਵਾਨੀ 'ਚ ਵਾਧੂ ਨਸ਼ਾ ਕੀਤਾ, ਆਪਣਾ ਲਾਈਫ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ। ਗੱਲਬਾਤ ਕਰਾਉਂਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਮੈਂ ਤੁਹਾਡਾ ਨਾਮ ਤਾਂ ਨਹੀਂ ਪੁੱਛੂੰਗੀ, ਪਰ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਹਾਡੀ ਉਮਰ ਕਿੰਨੀ ਹੈ? ਮੈਂ 29 ਈਅਰਸ ਹਾਂ ਜੀ। ਹਾਂਜੀ, 29 ਸਾਲਾਂ ਦੇ ਹੋ ਗਏ। ਅਤੇ ਜਿਵੇਂ ਮੈਂ ਸ਼ੁਰੂਆਤੀ ਦੱਸਿਆ ਕਿ ਪੰਜਾਬ 5 ਦਰਿਆਵਾਂ ਦੀ ਧਰਤੀ, ਪਾਣੀ ਦੀ ਧਰਤੀ ਹੈ ਨਾ। 6ਵਾਂ ਦਰਿਆ ਇੱਥੇ ਦੁੱਧ ਘਿਓ 'ਚ ਸਾਰੇ ਗੱਭਰੂ ਉਹਨਾਂ ਵੇਲਿਆਂ 'ਚ ਖਾ ਹੱਟੇ ਕੱਟੇ ਵਧੀਆ ਰਹਿੰਦੇ ਰਹੇ ਆ। ਪਰ ਜਿਹੜਾ ਅੱਜ ਦੇ ਸਮੇਂ ਆਪਾਂ ਨੌਜਵਾਨਾਂ ਵੱਲ ਵੇਖ ਰਹੇ ਹਾਂ, ਨੌਜਵਾਨੀ ਨਸ਼ਿਆਂ ਵੱਲ ਵਧੀ ਹੋਈ ਹੈ। ਤਾਂ ਤੁਸੀਂ ਆਪਣਾ ਦੱਸੋ ਕਿ ਤੁਸੀਂ ਨਸ਼ਿਆਂ ਵੱਲ ਕਿਵੇਂ ਵਧੇ? ਮੈਂ ਨਸ਼ਿਆਂ ਵੱਲ ਪਹਿਲਾਂ ਤਾਂ ਕੁਛ ਕਹਿ ਲਓ ਕਿ ਬਈ ਆਪਣੀ ਸੰਗਤ ਹੀ ਇੱਦਾਂ ਦੀ ਹੁੰਦੀ ਆ। ਜਿਹੜਾ ਮੇਰਾ ਫਰੈਂਡ ਸਰਕਲ ਸੀਗਾ ਮੇਰੇ ਤੋਂ ਉਮਰ 'ਚ ਵੱਡਾ ਹੀ ਸੀਗਾ, ਉਹਨਾਂ ਦੇ ਨਾਲ ਮੈਂ ਰਹਿੰਦਾ ਸੀਗਾ, ਪਰ ਮੈਂ ਕਦੀ ਨਸ਼ਾ ਨਹੀਂ ਕਰਦਾ ਸੀਗਾ। ਪਰ ਫਿਰ ਜਿਵੇਂ ਮਤਲਬ ਕਿ ਮੇਰੇ ਨਾਲ ਗੱਲਾਂ ਹੋਣ ਲੱਗੀਆਂ ਨਾ, ਬਈ ਉਹਨਾਂ ਦੇ ਨਾਲ ਰਹਿ ਕੇ ਮੈਂ ਉਹਨਾਂ ਵੱਲ ਦੇਖਦਾ ਗਿਆ, ਸਿੱਖਦਾ ਗਿਆ ਵੀ ਯਾਰ ਇਹ ਤਾਂ ਬਈ
ਮੈਂ ਇਹਨਾਂ ਨਾਲ ਬੈਠਾ ਰਹਿਣਾ, ਇਹ ਸਾਰੇ ਨਜ਼ਾਰੇ ਲੈਂਦੇ ਨੇ ਕਿ ਬਈ ਕਦੀ ਨਸ਼ੇ ਦੇ ਵਿੱਚ, ਕਦੀ ਕੁਛ ਕਰ ਰਹੇ ਹੁੰਦੇ, ਕਦੀ ਕੁਛ ਕਰ ਰਹੇ ਹੁੰਦੇ ਆ। ਅਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਉਸ ਟਾਈਮ, ਅਗਰ ਕਹਿ ਦਈਏ ਕਿ ਵੀ ਹਾਂ ਆਪਣਾ ਅਕਲ ਨਹੀਂ ਹੁੰਦੀ ਸੀ ਜਾਂ ਦਿਮਾਗ ਕੁਛ ਗਲਤ ਸਹੀ ਚੀਜ਼ਾਂ ਗਲਤ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਛੋਟੀ ਉਮਰ ਦੇ ਵਿੱਚ। ਪਰ ਫਿਰ ਵੀ ਮੈਨੂੰ ਨਾ ਨਾਲ ਦਿਆਂ ਨੇ ਮਤਲਬ ਮੇਰੇ ਨਹੀਂ ਕਿਹਾ ਕਿ ਵੀ ਚੱਲ ਕੋਈ ਨਹੀਂ ਤੂੰ ਰਹਿਣ ਦੇ, ਤੂੰ ਨਾ ਕਰ ਵੀ। ਉਹਨਾਂ ਨੇ ਕਈ ਵਾਰ ਕਿਹਾ ਵੀ, ਪਰ ਫਿਰ ਵੀ ਨਹੀਂ, ਮਤਲਬ ਕਿ ਇੱਕ ਦਿਮਾਗ ਦੇ ਉੱਤੇ ਨਸ਼ੇ ਦਾ ਐਸਾ ਓਬਸੈਸ਼ਨ ਹੋ ਜਾਣਾ ਕਿ ਬਈ ਹਾਂ ਨਹੀਂ ਯਾਰ ਤੁਸੀਂ ਕਰ ਰਹੇ ਹੋ, ਮੈਂ ਵੀ ਕਰਕੇ ਦੇਖਦਾ ਕੀ ਕਹਿੰਦਾ, ਮੈਂ ਤਾਂ ਛੱਡ ਦਾਂਗਾ, ਮੈਨੂੰ ਆਪਣੇ ਆਪ 'ਚ ਐਂ ਹੋ ਗਿਆ। ਪਰ ਉਹ ਨਸ਼ਾ ਇੱਕ ਐਸੀ ਦਲਦਲ ਹੈ ਜੀ, ਜਿਹਨੇ ਇੱਕ ਵਾਰੀ ਪੈਰ ਰੱਖਿਆ ਤਾਂ ਕੋਈ ਵਰਲਾ ਹੀ ਹੋਊਗਾ ਕਿ ਬਈ ਜਿਹੜਾ ਉਹਦੇ 'ਚੋਂ ਬਾਹਰ ਨਿਕਲ ਆਊਗਾ ਜਾਂ ਨਿਕਲਣ ਦੀ ਕੋਸ਼ਿਸ਼ ਵੀ ਕਰਦਾ। ਪਰ ਮੈਂ ਆਪਣੀ ਉਮਰ ਦੇ ਵਿੱਚ, ਮੈਂ ਜਦ 14-15 ਸਾਲਾਂ ਦਾ ਸੀਗਾ ਜੀ, ਪਹਿਲੀ ਵਾਰੀ ਜਦ ਮੈਂ ਨਸ਼ਾ ਕਰਿਆ ਤਾਂ ਮੇਰੇ ਤੋਂ ਪਿੱਛੇ ਨਹੀਂ ਮੁੜ ਹੋਇਆ। ਮੈਂ ਉਸ ਨਸ਼ੇ ਦੇ ਦਲਦਲ ਦੇ ਵਿੱਚ ਅੰਦਰ ਡੁੱਬਦਾ ਹੀ ਗਿਆ, ਡੁੱਬਦਾ ਹੀ ਗਿਆ ਬਈ ਇੰਨਾ ਕੁ ਜ਼ਿਆਦਾ ਡੁੱਬ ਗਿਆ ਮੈਂ ਆਪਣੇ ਆਪ ਨੂੰ, ਆਪਣੀ ਸ਼ਕਲ ਦੇਖਣੀ ਮੈਂ ਭੁੱਲ ਹੀ ਗਿਆ ਸੀ ਸ਼ੀਸ਼ੇ 'ਚ ਕਿ ਵੀ ਮੈਂ ਆਪਣੇ ਆਪ ਨੂੰ ਦੇਖਣਾ। ਮੈਂ ਸਾਰਾ ਕੁਛ ਆਪਣਾ ਛੱਡਤਾ, ਕੁਛ ਵੀ ਮੈਂ ਕਿਸੇ ਚੀਜ਼ ਵੱਲ ਨਹੀਂ ਧਿਆਨ ਕਰਿਆ, ਸਿਰਫ ਨਸ਼ਾ ਹੀ ਕਰਦਾ ਰਿਹਾ। ਤਕਰੀਬਨ ਬਾਈ 15 ਸਾਲ ਹੋ ਗਏ ਜਿਵੇਂ ਤੁਸੀਂ 29 ਦੇ ਹੋ, ਜੇ 14 ਸਾਲਾਂ ਦੀ ਉਮਰ 'ਚ ਵੀ ਤੁਸੀਂ ਲੱਗੇ ਨਸ਼ਾ ਕਰਨ, ਤੇ ਉਹ ਵੀ ਤੁਸੀਂ ਜਿਵੇਂ ਦੱਸਦੇ ਹੋ ਤਾਂ ਕਰਨ ਲੱਗੇ ਕਿਉਂਕਿ ਤੁਹਾਡੇ ਨਾਲ ਦੀ ਸੰਗਤ ਵੱਡਿਆਂ ਦੀ ਸੀ। ਹਾਂਜੀ। ਤਾਂ ਬਾਈ ਸਭ ਤੋਂ ਪਹਿਲਾਂ ਨਸ਼ਾ ਕਿਹੜਾ ਕੀਤਾ ਸੀ ਤੁਸੀਂ? ਮੈਂ ਸਭ ਤੋਂ ਪਹਿਲਾਂ ਤਾਂ ਜੀ ਅਲਕੋਹਲ ਕਰੀ ਸੀਗੀ, ਦਾਰੂ ਪੀਤੀ ਸੀਗੀ, ਕਿਉਂਕਿ ਉਸ ਟਾਈਮ ਆਪਣੇ ਪੰਜਾਬ ਦੇ ਵਿੱਚ ਹਜੇ ਮੈਂ ਉਹ ਕਹਿੰਦਾ ਕਿ ਵੀ ਚਿੱਟੇ ਦਾ ਦੌਰ ਨਹੀਂ ਚੱਲਿਆ ਸੀ ਜਾਂ ਚਿੱਟੇ ਦੇ ਬਾਰੇ ਪਤਾ ਨਹੀਂ ਲੱਗਿਆ ਸੀ, ਪਰ ਮੈਂ ਦਾਰੂ ਪੀਣੀ ਸ਼ੁਰੂ ਕਰਤੀ ਸੀਗੀ, ਜਿਹਦੇ ਨਾਲ ਕਈ ਮੇਰੇ ਘਰੇ ਲੜਾਈਆਂ ਹੁੰਦੀਆਂ ਰਹੀਆਂ। ਘਰਦਿਆਂ ਨੂੰ ਮੈਂ ਆਪਣੇ ਰਿਸ਼ਤੇ ਖਰਾਬ ਕਰੇ, ਆਪਣਾ ਸਾਰਾ ਕੁਝ, ਮਤਲਬ ਕਿ ਮੈਂ ਕਿਸੇ ਨੂੰ ਬੋਲਣ ਦੀ ਅਕਲ ਨਹੀਂ ਰਹਿਣੀ ਹੈਗੀ, ਕਿਸੇ ਨੂੰ ਕੁਛ ਨਹੀਂ ਸਮਝਣਾ, ਮਤਲਬ ਕਿ ਤਾਂ ਬਸ ਉਹ ਦਾਰੂ ਤੋਂ ਸ਼ੁਰੂ ਹੁੰਦਾ ਗਿਆ ਜੀ, ਦਾਰੂ ਤੋਂ ਅੱਗੇ ਵੱਧਦਾ ਹੀ ਗਿਆ, ਕਦੇ ਪਿੱਛੇ ਪੈਰ ਨਹੀਂ ਪੱਟ ਕੇ ਦੇਖਿਆ ਮੈਂ, ਦਾਰੂ ਦੇ ਨਾਲ ਚੱਲਦਾ ਹੀ ਗਿਆ ਅੱਗੇ ਨੂੰ, ਦਾਰੂ ਪੀਂਦਾ ਗਿਆ, ਮਤਲਬ ਕਿ ਦਾਰੂ ਦੇ ਵਿੱਚ ਵੀ ਇੰਨਾ ਕੁਛ ਉਜਾੜਤਾ, ਕਦੇ ਸਮਝ ਹੀ ਨਹੀਂ ਆਇਆ ਕਿ ਬਈ ਇਹ ਨਸ਼ਾ ਕਰਾ ਕੀ ਰਿਹਾ। ਬਟ ਹੁਣ ਮੈਂ ਦਾਰੂ ਤਾਂ ਚਲੋ ਛੱਡੋ, ਹੁਣ ਦਾਰੂ ਤਾਂ ਛੱਡ ਹੀ ਦਿੱਤੀ ਸੀ, ਦਾਰੂ ਛੱਡ ਕੇ ਵੀ ਦੇਖੀ, ਮਤਲਬ ਇੱਕ 2-2 ਮਹੀਨਾ ਰਹਿ ਕੇ ਵੀ ਦੇਖਿਆ ਬਗੈਰ ਦਾਰੂ ਤੋਂ, ਪਰ ਨਹੀਂ, ਨਸ਼ਾ ਨੇ ਮਤਲਬ ਕਿ ਐਸਾ ਸੀਗਾ, ਉਹ ਭਾਵੇਂ ਮੈਂ 1 ਮਹੀਨਾ ਰਿਹਾ ਸਭ ਬਾਹਰ ਬਗੈਰ ਦਾਰੂ ਤੋਂ, 2 ਮਹੀਨੇ ਰਿਹਾ, ਪਰ ਉਹ ਨਸ਼ਾ ਖਿੱਚ ਲੈਂਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ, ਐਸੀ ਖਿੱਚ ਪਾਉਂਦਾ ਸੀਗਾ ਬਈ ਇਹ ਦਿਮਾਗ ਕਹਿੰਦਾ ਸੀਗਾ ਕਿ ਬਈ ਨਹੀਂ ਕਰਨਾ। ਆਪਣੇ ਆਪ ਦੇ ਪੈਰ ਵੀ ਰੋਕ ਕੇ ਦੇਖ ਲਿਆ, ਆਪਣੇ ਆਪ ਨੂੰ ਘਰੇ ਜਿੰਦੇ ਵੀ ਲਾ ਕੇ ਦੇਖ ਲਏ, ਪਰ ਨਹੀਂ, ਦਾਰੂ ਨਸ਼ਾ ਨਹੀਂ ਰਹਿਣ ਦਿੰਦਾ ਸੀਗਾ ਘਰੇ। ਇੱਕ ਵਾਰੀ ਸ਼ਿਕੰਜੇ 'ਚ ਆ ਗਏ ਨਸ਼ੇ ਦੇ, ਫਿਰ ਮੁੜਿਆ ਨਹੀਂ ਗਿਆ, ਨਹੀਂ ਮੁੜਿਆ ਨਹੀਂ। ਹਨਾ ਬਾਈ? ਕਿਹੜਾ ਨਸ਼ਾ ਕੀਤਾ ਅੱਜ ਤੱਕ ਤੁਸੀਂ? ਮੈਂ ਜੀ ਅਲਕੋਹਲ ਵੀ ਕਰੀ ਆ, ਮੈਂ ਮੈਰੀਜੋਨਾ ਵੀ ਕਰਿਆ, ਵੀਡ ਵੀ ਪੀਤੀ ਆ, ਅਤੇ ਹੁਣ ਚਿੱਟਾ ਵੀ ਕਰਿਆ ਜੀ। ਹੁਣ ਲਾਸਟ ਮੈਂ 5 ਸਾਲਾਂ ਤੋਂ ਚਿੱਟਾ ਕਰ ਰਿਹਾ, ਬਾਕੀ ਸਾਰਾ ਕੁਛ ਤਾਂ ਛੱਡ ਚੁੱਕਿਆ ਸੀਗਾ, ਪਰ ਮੈਂ ਉਹ ਛੱਡਣ ਦੇ ਬਜਾਏ ਮੈਂ ਸਬਸਟੀਟਿਊਟ ਚਿੱਟਾ ਰੱਖ ਲਿਆ। ਮੈਂ ਚਿੱਟੇ ਦੇ ਵਿੱਚ ਤਾਂ ਮਤਲਬ ਕਿ ਬਹੁਤ ਹੀ ਜ਼ਿਆਦਾ ਬੁਰੇ ਹਾਲ ਹੋ ਗਏ ਸੀਗੇ, ਸਾਰੇ ਫਾਈਨੈਂਸ਼ੀਅਲੀ ਹੋ ਗਏ, ਆਪਣੇ ਰਿਲੇਸ਼ਨ ਖਰਾਬ ਹੋ ਗਏ ਘਰਦਿਆਂ ਨਾਲ, ਮਤਲਬ ਕਿ ਘਰਦਿਆਂ ਨਾਲ, ਮੇਰੇ ਰਿਲੇਟਿਵਸ ਨਾਲ, ਕਿਸੇ ਨਾਲ ਵੀ, ਮਤਲਬ ਕਿ ਮੇਰਾ ਸਾਰਿਆਂ ਨਾਲ ਟੋਟਲੀ ਹੀ ਖ਼ਤਮ ਹੀ ਹੋ ਗਿਆ ਸੀਗਾ। ਮੈਂ ਮਤਲਬ ਆਪਣੀ ਲਾਈਫ ਨੂੰ ਮੈਂ ਆਪ ਡਿਸਟਰੋਏ ਇੰਨਾ ਗੰਦੇ ਤਰੀਕੇ ਨਾਲ ਕਰ ਲਿਆ ਸੀਗਾ ਕਿ ਵੀ ਕਿਸੇ ਨੂੰ ਕੁਛ ਸਮਝਦਾ ਹੀ ਨਹੀਂ ਸੀਗਾ ਕਿ ਵੀ ਮੈਂ ਆਪਣੇ ਆਪ 'ਚ ਕਹਿੰਦਾ ਸੀ ਵੀ ਮੈਂ ਰਾਜਾ ਹਾਂ, ਮੈਂ ਚਿੱਟਾ ਪੀ ਰਿਹਾ ਤਾਂ ਮੈਂ ਹਾਂ, ਬਸ ਕਿਸੇ ਨੂੰ ਕੁਛ ਨਹੀਂ ਸਮਝਿਆ। ਕੋਈ ਮਤਲਬ ਕਿ ਆਪਣਾ ਬਿਜ਼ਨਸ ਖਰਾਬ ਕਰ ਲਿਆ ਆਪਣੇ ਆਪ 'ਚ, ਮਤਲਬ ਕਿ ਆਪਣੇ ਫਾਈਨੈਂਸ਼ੀਅਲੀ ਇੰਨਾ ਕੁ ਲੋਸ ਹੋ ਗਿਆ ਸੀਗਾ ਵੀ ਇੱਕ ਟਾਈਮ 'ਤੇ ਮੈਂ ਘਰੋਂ ਬਾਹਰ ਰਹਿਣ ਲੱਗ ਪਿਆ। ਘਰਦਿਆਂ ਨੇ ਤਾਂ ਮੈਨੂੰ ਕਿਹਾ ਹੀ ਸੀਗਾ ਕਿ ਵੀ ਤੂੰ ਛੱਡ ਦੇ, ਘਰੇ ਰਹਿ। ਮੈਂ ਘਰੇ ਰਹਿਣ ਦਾ ਸੋਚਿਆ ਹੀ ਨਹੀਂ ਕਦੇ। ਮੈਨੂੰ 8-7 ਮਹੀਨੇ ਰਿਹਾ, ਜਿਹਦੇ 'ਚੋਂ 1.5 ਕੁ ਮਹੀਨਾ ਤਾਂ ਮੈਂ ਬਾਹਰ ਹੀ ਰਾਤਾਂ ਕੱਟੀਆਂ ਨੇ, ਭੁੱਖੇ ਭਾਣੇ ਨੇ, ਮਤਲਬ ਕਿ ਨਸ਼ੇ ਦੇ ਚੱਕਰਾਂ 'ਚ ਬਾਹਰ ਕੱਟੀਆਂ। ਹਾਂਜੀ, ਨਸ਼ੇ ਦੇ ਚੱਕਰਾਂ 'ਚ ਵੀ ਨਸ਼ਾ 1.5 ਮਹੀਨਾ ਮੈਨੂੰ ਅੱਜ ਵੀ ਯਾਦ ਆ, ਮੈਂ ਪੂਰਾ 1.5 ਮਹੀਨਾ ਬਾਹਰ ਰਿਹਾ। ਮਤਲਬ ਕਿ ਕਿਸੇ ਨੇ ਵੀ ਫੋਨ ਨਾ, ਮੈਂ ਆਪਦਾ ਫੋਨ ਵੀ ਵੇਚਤਾ, ਆਪਦੀ ਸਾਰੇ ਗਹਿਣੇ ਗੱਟੇ ਜਿਹੜੇ ਮੇਰੇ ਕੋਲੇ ਪਾਈਆਂ ਹੋਏ ਸੀਗੇ, ਮੈਂ ਸਭ ਕੁਝ ਵੇਚ ਵੱਟ ਕੇ ਮੈਂ 1.5 ਮਹੀਨਾ ਬਾਹਰ ਰਿਹਾ। ਉਸ ਤੋਂ ਬਾਅਦ ਜਾ ਕੇ ਫਿਰ ਮੈਂ ਘਰਦਿਆਂ ਨੂੰ ਦੱਸਿਆ ਕਿ ਬਈ ਮੈਂ ਬਹੁਤ ਤੰਗ ਹਾਂ, ਤਾਂ ਘਰਦਿਆਂ ਨੇ ਕਿਹਾ ਤੂੰ ਐਂ ਕਰ, ਤੂੰ ਇੱਥੋਂ ਛੱਡ ਕੇ ਆਪਦੀ ਭੈਣ ਕੋਲੇ ਚੱਲ ਜਾ, ਉੱਥੇ ਜਾ ਕੇ ਸਹੀ ਰਹਿ ਲੇਂਗਾ। ਵੀ ਥੋੜ੍ਹਾ ਚਿਰ ਉੱਥੇ ਲਾਇਆ, ਮੈਂ ਉਹ ਵੀ ਟਰਾਈ ਕਰਿਆ, ਪਰ ਨਹੀਂ, ਬਚ ਨਹੀਂ ਹੋਇਆ। ਇਹ ਸਿਰਫ ਫਿਰ ਉੱਧਰ ਨੂੰ ਹੀ ਜਾ ਕੇ ਉੱਥੇ ਜਾਂਦਾ ਸੀ, ਉਹਨਾਂ ਨੂੰ ਬਹਾਨਾ ਲਾਉਣਾ ਕਿ ਬਈ ਮੈਂ ਹੁਣੇ ਆ ਗਿਆ 5 ਮਿੰਟਾਂ 'ਚ ਆ ਗਿਆ, 7 ਮਿੰਟਾਂ 'ਚ ਆ ਗਿਆ, ਮਤਲਬ ਬਹਾਨੇ ਲਾਈ ਜਾਣੇ, ਕਿਸੇ ਨਾ ਕਿਸੇ ਤਰੀਕੇ ਘਰੋਂ ਬਾਹਰ ਨਿਕਲਣਾ,
ਘਰੋਂ ਬਾਹਰ ਨਿਕਲ ਕੇ ਕੁਛ ਨਹੀਂ, ਪਹਿਲਾ ਕੰਮ ਕੀ ਹੁੰਦਾ ਸੀਗਾ? ਨਸ਼ਾ। ਪਹਿਲਾ ਕੰਮ ਹੀ ਨਸ਼ਾ ਕਰਨਾ। ਬਾਅਦ 'ਚ ਅਗਰ ਕੋਈ ਉਹਨਾਂ ਨੇ ਘਰਦਿਆਂ ਨੇ ਜੇ ਪੈਸੇ ਦਿੱਤੇ ਕਿ ਵੀ ਚੱਲ ਆਪਾਂ ਮੁੰਡੇ 'ਤੇ ਯਕੀਨ ਕਰਕੇ ਦੇਖ ਲੈਂਦੇ ਹਾਂ, ਘਰਦਿਆਂ ਦਾ ਯਕੀਨ ਖਰਾਬ ਕਰਿਆ, ਫਿਰ ਜਾ ਕੇ ਨਸ਼ਾ ਚੱਕ ਲੈਣਾ, ਨਸ਼ਾ ਹੀ ਕਰਨਾ, ਹੋਰ ਕੁਛ ਨਹੀਂ ਕਰਿਆ ਹੈਗਾ। ਨਸ਼ਾ ਲੈਂਦੇ ਕਿੱਥੋਂ ਸੀ, ਆਉਂਦਾ ਕਿੱਥੋਂ ਹੈ ਤੁਹਾਡੇ ਕੋਲ? ਨਸ਼ਾ ਜੀ ਹੁਣ ਜੇ ਅਗਰ ਗੱਲ ਕਰੀਏ ਕਿੱਥੋਂ ਲੈਂਦੇ ਸੀ ਤਾਂ ਪੈਰ ਪੈਰ 'ਤੇ ਨਸ਼ਾ ਹੈ ਜੀ। ਅੱਜ ਪੰਜਾਬ ਦਾ ਮਤਲਬ ਕਿ ਅਗਰ ਪੰਜਾਬ ਦਾ ਦੇਖਿਆ ਜਾਈਏ ਤਾਂ ਪੈਰ ਪੈਰ 'ਤੇ ਨਸ਼ਾ। ਇੱਕ ਘਰ ਛੱਡ ਕੇ ਨਸ਼ਾ ਵੀ ਕਰਿਆ। ਤਾਂ ਮੈਨੂੰ ਕਈ ਵਾਰ ਤਾਂ ਐਂ ਵੀ ਨਹੀਂ ਹੁੰਦਾ ਜੀ, ਮੈਨੂੰ ਘਰੇ ਤਾਲੇ ਵੀ ਲਾਏ ਗਏ ਨਾ ਜੀ, ਤਾਂ ਮੈਂ ਛੱਤ ਦੇ ਰਾਹੀਂ ਆਪਦੀ ਕਦੀ ਮੰਗਾ ਲੈਣਾ ਫ਼ੋਨ ਕਰਕੇ, ਕਦੇ ਮੁੰਡਿਆਂ ਨੂੰ ਆਪਣੇ ਨਾਲ ਦਿਆਂ ਨੂੰ ਫ਼ੋਨ ਕਰਨਾ, ਉਹਨਾਂ ਨੂੰ ਕਹਿਣਾ ਬਈ ਮੈਨੂੰ ਮਿਲਣ ਦੇ ਬਹਾਨੇ ਆਓ, ਮੈਨੂੰ ਆ ਕੇ ਨਸ਼ਾ ਦੇ ਕੇ ਜਾਓ। ਬਈ ਕੋਈ ਨਾ ਕੋਈ ਤਰੀਕਾ, ਕੋਈ ਨਾ ਕੋਈ ਚੀਜ਼ ਲੱਭੇ ਲੈਣੀ। ਹਾਂ, ਜਾਂ ਤਾਂ ਕਦੇ ਆਪਾਂ ਐਂ ਘਰਦਿਆਂ ਨੂੰ ਕਹਿ ਦੇਣਾ ਕਿ ਮੈਂ ਯਾਰ ਮੇਰਾ ਕੋਈ ਬਾਹਰੋਂ ਖਾਣ ਨੂੰ ਜੀਅ ਕਰ ਰਿਹਾ, ਤਾਂ ਉਹ ਜਿਹੜਾ ਔਡਰ ਲੈ ਕੇ ਵੀ ਆ ਰਿਹਾ ਹੁੰਦਾ ਸੀ ਨਾ ਮੁੰਡਾ, ਉਹਨੂੰ ਮੇਰੇ ਯਾਰਾਂ ਦੋਸਤਾਂ ਨੂੰ ਰਾਹ 'ਚ ਮੈਂ ਉਹਨਾਂ ਨੂੰ ਦੱਸ ਦੇਣਾ ਕਿ ਵੀ ਆਹ ਮੁੰਡਾ ਆ ਰਿਹਾ ਮੋਟਰਸਾਈਕਲ 'ਤੇ, ਇਹਨੂੰ ਤੁਸੀਂ 150 ਰੁਪਏ ਫੜਾ ਦਿਓ, ਇਹ ਸਮਾਨ ਫੜਾ ਜੂਗਾ ਮੈਨੂੰ। ਜੇ ਆਪਾਂ ਕੁਛ ਬਾਹਰੋਂ ਖਾਣ ਨੂੰ ਵੀ ਮੰਗਾਈ ਜਾਂਦਾ ਸੀ, ਮੈਂ ਤਾਂ ਉਹਨਾਂ ਤੱਕ ਨੂੰ ਐਂ ਕਰ ਦਿੰਦਾ ਸੀਗਾ ਕਿ ਵੀ ਪੈਸੇ ਦੇ ਦਾਂਗਾ ਤੁਹਾਨੂੰ ਵੱਧ, ਵੀ ਤੁਸੀਂ ਮੈਨੂੰ ਸਮਾਨ ਲਿਆ ਦਿਓ ਬਸ। ਡਿਲੀਵਰੀ ਬॉयਜ਼ ਤੱਕ ਨੂੰ ਨਸ਼ਾ ਡਿਲੀਵਰ ਕਰਨ ਤੇ ਲਾਤਾ ਸੀ। ਨਸ਼ਾ ਡਿਲੀਵਰ ਕਰਨ ਤੇ ਲਾਤਾ ਸੀ ਮੈਂ ਉਹਨਾਂ ਨੂੰ, ਮਤਲਬ ਕਿ ਇੱਕ ਰਾਹ ਦੱਸਤਾ ਸੀਗਾ ਕਿ ਵੀ ਤੁਸੀਂ ਮੇਰੇ ਕੋਲੇ। ਹੋਰ ਕਈ ਵਾਰ ਤਾਂ ਮੈਨੂੰ ਐਂ ਹੋ ਜਾਂਦਾ ਸੀਗਾ ਕਿ ਵੀ ਉਹਨਾਂ ਦੇ ਬਾਅਦ 'ਚ ਆਪ ਹੀ ਫੋਨ ਆਉਣ ਲੱਗ ਪੈਂਦੇ ਸੀ, ਭਾਜੀ ਤੁਸੀਂ ਕੁਛ ਖਾਣ ਨੂੰ ਤਾਂ ਨਹੀਂ ਮੰਗਾਉਣਾ? ਵੀ ਡਿਲੀਵਰੀ ਬॉयਜ਼ ਨੇ ਮੈਨੂੰ ਐਂ ਕਹਿੰਦੇ ਭਾਜੀ ਤੁਸੀਂ ਕੁਛ ਖਾਣ ਨੂੰ ਨਹੀਂ ਮੰਗਾਉਣਾ। ਮੈਂ ਘਰਦਿਆਂ ਨੂੰ ਕੀ ਦੱਸਾਂ ਹੁਣ ਕਿ ਵੀ ਮੈਂ ਉਹਨਾਂ ਤੋਂ ਖਾਣ ਨੂੰ ਨਹੀਂ, ਮੈਂ ਤਾਂ ਨਸ਼ਾ ਮੰਗਾ ਰਿਹਾ। ਘਰਦਿਆਂ ਨੂੰ ਇਹ ਹੁੰਦਾ ਸੀ ਚੱਲ ਹਾਂ ਅੰਦਰ ਬੈਠਾ ਹੈ, ਕੁਛ ਨਹੀਂ ਖਾ ਪੀ ਰਿਹਾ। ਪਰ ਇੱਕ ਨਸ਼ੇੜੀ ਦਾ ਦਿਮਾਗ ਹੁੰਦਾ ਨਾ ਜੀ, ਜਿਹੜਾ ਉਹ ਬਹੁਤ ਤੇਜ਼ ਚੱਲਦਾ ਨੋਰਮਲ ਬੰਦੇ ਤੋਂ। ਉਹ ਕੋਈ ਨਾ ਕੋਈ ਵੇ ਆਊਟ ਕੱਢਦਾ ਹੈ ਕਿ ਵੀ ਹਾਂ ਇੱਦਾਂ ਨਹੀਂ ਤਾਂ ਮੈਂ ਇੱਦਾਂ ਸਹੀ, ਇੱਦਾਂ ਨਹੀਂ ਤਾਂ ਮੈਂ ਇੱਦਾਂ ਸਹੀ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਰ ਹੀ ਲੈਂਦਾ ਸੀਗਾ। ਬਈ ਜਿਵੇਂ ਤੁਸੀਂ ਦੱਸਦੇ ਹੋ ਘਰੇ ਤਾਲੇ ਤੱਕ ਲਾਏ ਤਾਂ ਵੀ ਹਟਿਆ ਨਹੀਂ ਮੈਂ, ਘਰਦਿਆਂ ਨੇ ਕਮਰੇ 'ਚ ਬੰਨ੍ਹ ਕੇ ਰੱਖਿਆ ਤਾਂ ਵੀ ਛੱਤ ਥਾਣੀ ਜਾਂ ਡਿਲੀਵਰੀ ਬॉयਜ਼ ਥਾਣੀ ਤੁਸੀਂ ਮੰਗਾ ਲੈਂਦੇ। ਤਾਂ ਕਿਹਨੇ ਕੀਤਾ ਸੀ ਇੱਦਾਂ? ਕਿਹਨੇ ਕੋਸ਼ਿਸ਼ ਕੀਤੀ ਕਿ ਹਾਂ, ਜਿਵੇਂ ਹਰ ਇੱਕ ਕਿਹੜੀ ਮਾਂ ਨਹੀਂ ਚਾਹੁੰਦੀ ਹੋਣੀ ਹੈ ਨਾ, ਹਰ ਇੱਕ ਮਾਂ ਚਾਹੁੰਦੀ ਹੈ ਕਿ ਹਾਂ ਮੈਂ ਆਪਦੇ ਪੁੱਤ ਨੂੰ ਬਚਾ ਲਾਂ ਜਿਹੜਾ ਗਲਤ ਰਾਹ ਪੈ ਗਿਆ। ਤਾਂ ਪਿਓ ਨੂੰ ਵੀ ਹੁੰਦਾ ਕਿ ਨੌਜਵਾਨ ਪੁੱਤ ਹੈ, 29 ਸਾਲਾਂ ਦੇ ਤੁਸੀਂ, ਉਹ ਕਿੱਥੇ ਤਾਂ ਮੋਢੇ ਨਾਲ ਮੋਢਾ ਲਾ ਕੇ ਬਰਾਬਰ ਖੜੇ ਹੋਣਾ ਸੀ, ਤੇ ਕਿਹੜੇ ਪਾਸੇ ਕਿੱਧਰ ਪੈ ਗਿਆ? ਕਿਹਨੇ ਤੁਹਾਨੂੰ ਇੱਦਾਂ ਕਮਰੇ 'ਚ ਬੰਦ ਕੀਤਾ ਤੇ ਬਚਾਉਣ ਦੀ ਕੋਸ਼ਿਸ਼ ਕੀਤੀ? ਪਹਿਲਾਂ ਤਾਂ ਜੀ ਮਦਰ ਨੇ ਮੇਰੇ ਨਾਲ ਕਰਿਆ, ਕਿਉਂਕਿ ਫਾਦਰ ਸਾਹਿਬ ਤਾਂ ਮੇਰੇ ਮੈਨੂੰ ਕਹਿੰਦੇ ਨੇ ਕਿ ਬਈ ਇਹਨੂੰ ਛੱਡ ਦੇ, ਹਲੇ ਮੈਂ ਕੁਛ ਨਹੀਂ ਕਹਿਣਾ। ਮੇਰੇ ਫਾਦਰ ਸਾਹਿਬ ਕਹਿੰਦੇ ਕਿ ਬਈ ਜਿੱਦਣ ਮੈਂ ਇੱਕੋ ਗੱਲ ਪੁੱਛਾਂਗਾ ਵੀ ਜਿੱਦਣ ਤੇਰੇ ਨਾਮ ਮਤਲਬ ਕਿ ਤੇਰਾ ਹੱਥ ਖੜੇ ਹੋ ਜਾਣਗੇ ਨਾ, ਤੂੰ ਮੈਨੂੰ ਉਸ ਦਿਨ ਮੇਰੇ ਕੋਲ ਆ ਕੇ ਕਹਿ ਦੀ ਕਿ ਡੈਡੀ ਹੁਣ ਮੇਰੇ ਹੱਥ ਵੱਸ ਦੀ ਨਹੀਂ ਹੈਗੀ, ਬਈ ਜਾਂ ਤਾਂ ਮੈਨੂੰ ਬਚਾ ਲਓ ਜਾਂ ਕੁਝ ਕਿਤੇ ਵੀ ਭਰਤੀ ਕਰਾ ਦਿਓ। ਪਰ ਮਦਰ ਨੇ ਮੇਰੀ ਨੇ ਕੀ ਕਰਿਆ, ਮੇਰੇ ਫਾਦਰ ਸਾਹਿਬ ਨੂੰ ਦੱਸਿਆ ਕਿ ਬਈ ਇਸ ਤਰ੍ਹਾਂ ਨੀਲਾ ਪੈ ਗਿਆ ਸੀਗਾ ਮੇਰਾ ਸਰੀਰ ਯੂਜ਼ਿੰਗ ਦੇ ਵਿੱਚ, ਮਤਲਬ ਕਿ ਮੈਂ ਪੂਰਾ ਨਾ ਫੇਸ ਨੀਲੇ, ਹੱਥ ਪੈਰ ਨੀਲੇ ਹੋ ਗਏ ਸੀਗੇ ਮੇਰੇ। ਓਵਰਡੋਜ਼ ਵੀ ਨਹੀਂ ਕਹਿ ਲਓ ਜਾਂ ਕੁਛ ਵੀ ਕਹਿ ਲਓ, ਪਰ ਸੁਰਤ 'ਚ ਸੀਗਾ, ਓਵਰਡੋਜ਼ ਨਹੀਂ ਸੀਗਾ। ਜਾਂ ਤਾਂ ਮੈਨੂੰ ਐਂ ਲੱਗਦਾ ਕਿ ਵੀ ਜੇ ਮੈਂ ਹੋਰ 10 ਕੁ ਮਿੰਟ ਬਾਹਰ ਰਹਿ ਲੈਂਦਾ ਤਾਂ ਕੁਛ ਵੀ ਹੋ ਸਕਦਾ ਸੀਗਾ। ਮਦਰ ਨੇ ਦੱਸਿਆ ਤਾਂ ਫਿਰ ਮੇਰੇ ਫਾਦਰ ਆਏ ਸੀਗੇ, ਉਹਨਾਂ ਨੇ ਕੁਛ ਨਹੀਂ ਕਰਿਆ, ਆ ਕੇ ਮੈਨੂੰ ਕਹਿੰਦੇ ਆ ਖੜਾ ਹੋ ਗੱਲ ਸੁਣ। ਮੈਨੂੰ ਲੈ ਕੇ ਗਏ ਕਿਸੇ ਬਹਾਨੇ ਕਮਰੇ 'ਚ, ਮੈਨੂੰ ਕਮਰੇ 'ਚ ਲੈ ਕੇ ਗਏ ਅਤੇ ਅੰਦਰ ਜਾ ਕੇ ਮੈਨੂੰ ਬਿਠਾ ਕੇ ਕਹਿੰਦੇ ਬੈਠ। ਮੈਂ ਆਇਆ ਅਤੇ ਜਿੰਦਾ ਲਾ ਤਾ, ਅਤੇ ਮੈਂ ਦਰਵਾਜ਼ਾ ਖੜਕਾਈ ਜਾਵਾਂ, ਮੈਨੂੰ ਉਸ ਟਾਈਮ ਧੋੜ ਲੱਗਦੀ ਪਈ ਸੀਗੀ ਬਹੁਤ, ਬਈ ਕਹਿ ਲਓ ਸਰੀਰ ਜਮਾਂ ਹੀ ਟੁੱਟਿਆ ਪਿਆ ਸੀਗਾ, ਜਾਨ ਨਹੀਂ ਸੀ। ਮੈਂ ਅੰਦਰ ਆਪਦੇ ਕਮਰੇ ਦਾ ਸਾਰਾ ਸਮਾਨ ਭੰਨਤਾ, ਮੈਂ ਕੁਛ ਵੀ ਨਹੀਂ ਛੱਡਿਆ। ਮੈਂ ਆਪਦੀ LCD, ਆਪਦਾ ਹੋਰ ਗੇਮਿੰਗ ਦਾ ਸਾਰਾ ਕੁਝ ਜੋ ਮੇਰੇ ਹੱਥ ਲੱਗਿਆ ਮੈਂ ਸਾਰਾ ਭੰਨਤਾ। ਮੈਂ ਨਹੀਂ ਦੇਖਿਆ ਹੈਗਾ ਕੋਈ ਚੀਜ਼ ਜਾਂ ਘਰਦਿਆਂ ਨੇ ਖਰੀਦੀ ਹੈ ਜਾਂ ਘਰ ਕਿਸੇ ਵੱਲੋਂ ਆਈ, ਕਿੱਥੋਂ ਆਈ ਹੈ ਕਿੱਥੋਂ ਨਹੀਂ, ਮੈਂ ਨਹੀਂ ਸੋਚਿਆ ਉਸ ਟਾਈਮ 'ਤੇ। ਮੈਂ ਸਾਰਾ ਚੀਜ਼ ਕਮਰਾ ਐਨ ਅੱਗ ਤੱਕ ਲਾਉਣ ਦੀ ਕੋਸ਼ਿਸ਼ ਕਰੀ ਆਪਣੇ ਆਪ ਨੂੰ ਕਿ ਵੀ ਮੈਂ ਆਪਦੇ ਆਪ ਨੂੰ ਅੱਗ ਲਾ ਲਾਂ, ਵੀ ਮੈਂ ਤੋੜ ਨਹੀਂ ਸਹੀ ਜਾ ਰਹੀ। ਹੁਣ ਜਿਹੜੀ ਆ ਨਸ਼ੇ ਦੀ ਤੋੜ ਹੈ ਮੇਰੇ ਤੋਂ ਇਹ ਨਹੀਂ ਸਹੀ ਜਾ ਰਹੀ, ਵੀ ਮੇਰਾ ਇੰਨਾ ਬੁਰਾ ਹਾਲ ਸੀਗਾ। ਫਿਰ ਮੈਨੂੰ ਕੁਛ ਨਹੀਂ, ਫਿਰ ਘਰਦਿਆਂ ਨੇ ਆਏ, ਮੇਰੇ ਫਾਦਰ ਸਾਹਿਬ ਨੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ, ਮੈਂ ਨਹੀਂ, ਪਰ ਨਸ਼ਾ ਨਹੀਂ ਬੈਠਣ ਦੇ ਰਿਹਾ ਸੀਗਾ। ਫਿਰ ਥੋੜ੍ਹਾ ਜਿਹਾ ਉਹਨਾਂ ਨੇ ਮੈਨੂੰ ਘਰਦਿਆਂ ਨੇ ਬੰਨਿਆ ਬੁੰਨਿਆ, ਕੁੱਟਿਆ ਮਾਰਿਆ ਫਿਰ ਫਾਦਰ ਸਾਹਿਬ ਨੇ। ਫਿਰ ਉਹਨਾਂ ਨੇ ਮੈਨੂੰ ਬੰਨ੍ਹਤਾ ਕਿ ਬਈ ਇਹਨੂੰ ਬੈਠਾ ਰਹਿਣ ਦੇ, ਕੋਈ ਨਹੀਂ, ਇਹਨੂੰ ਰੋਈ ਜਾਣ ਦੇ, ਜੋ ਕਰਦਾ ਕਰੀ ਜਾਣ ਦੇ। ਪਰ ਕਹਿੰਦੇ ਨਾ ਮਾਂ ਨੂੰ ਰੋਂਦਾ ਨਿਆਣਾ ਵੀ ਨਹੀਂ ਚੰਗਾ ਲੱਗਦਾ, ਕਿ ਬਈ ਉਹ ਕਿੱਥੋਂ ਉਹਨੇ ਕੁੱਖੋਂ ਜੰਮਿਆ। ਮਾਤਾ ਕਹਿੰਦੀ ਨਹੀਂ, ਇਹਨੂੰ ਦਵਾਈ ਦਵਾ ਕੇ ਲਿਆਓ, ਜਿਸ ਤਰ੍ਹਾਂ ਮਰਜ਼ੀ ਜੋ ਕੁਛ ਮਰਜ਼ੀ ਕਰੋ, ਇਹਨੂੰ ਦਵਾਈ ਦਵਾ ਕੇ ਲਿਆਓ। ਫਿਰ ਮੈਨੂੰ ਘਰ ਦੇ ਲੈ ਕੇ ਗਏ, ਹੋਸਪਿਟਲ ਲੈ ਕੇ ਗਏ।
ਉੱਥੇ ਜਾ ਕੇ ਮੇਰੇ ਉਹਨਾਂ ਨੇ ਡ੍ਰਿਪਿੰਗ ਵਗੈਰਾ ਕਰਵਾਈ, ਉਹਦੇ ਨਾਲ ਕੋਈ ਇੰਜੈਕਸ਼ਨ ਲਵਾਏ, ਉਹ ਨਹੀਂ ਮੈਨੂੰ ਪਤਾ ਕਾਹਦੇ ਲਵਾਏ, ਜਿਹਦੇ ਨਾਲ ਮੈਂ ਸਟੇਬਲ ਹੋ ਗਿਆ ਥੋੜ੍ਹੀ ਦੇਰ ਲਈ ਸਟੇਬਲ ਹੋਇਆ। ਫਿਰ ਮੈਂ ਘਰੇ ਆ ਕੇ ਸੁੱਤਾ ਰਿਹਾ। ਉਸ ਤੋਂ ਬਾਅਦ ਤਾਂ ਮੈਨੂੰ ਬਸ ਜਦ ਫਿਰ ਮੈਨੂੰ ਘਰ ਦੇ ਕਹਿੰਦੇ ਹੁਣ ਤੂੰ ਕੀ ਕਰਨਾ, ਤੂੰ ਸੋਚ ਲੈ ਆਪਣੇ ਬਾਰੇ, ਦੱਸ ਦੇ ਕੀ ਕਰਨਾ ਚਾਹੁੰਦਾ। ਫਿਰ ਮੈਂ ਕਿਹਾ ਮੇਰੇ ਤੋਂ ਐਂ ਬਾਹਰ ਰਹਿ ਕੇ ਨਸ਼ਾ ਨਹੀਂ ਛੱਡ ਹੋਣਾ, ਵੀ ਮੈਨੂੰ ਕੁਛ ਨਾ ਕੁਛ ਕਰੋ, ਕਿਤੇ ਨਾ ਕਿਤੇ ਮੈਂ ਕਿਹਾ ਕਿਤੇ ਐਡਮਿਟ ਕਰਾਓ, ਕੁਛ ਵੀ ਕਰਾਓ, ਪਰ ਮੇਰੇ ਤੋਂ ਐਂ ਰਹਿ ਕੇ ਨਹੀਂ ਨਸ਼ਾ ਛੱਡ ਹੋਣਾ। ਫਿਰ ਕਹਿੰਦੇ ਅਸੀਂ ਤੈਨੂੰ ਸੈਂਟਰ ਭੇਜ ਦਿੰਦੇ ਹਾਂ। ਮੈਂ ਕਿਹਾ ਸੈਂਟਰ ਭੇਜ, ਮੈਂ ਕਿਹਾ ਜਿੱਥੇ ਮਰਜ਼ੀ ਭੇਜ ਦਿਓ, ਪਰ ਮੈਂ ਕਿਹਾ ਮੇਰੇ ਤੋਂ ਨਸ਼ਾ ਛਡਾਓ ਮੇਰਾ, ਕਿਉਂਕਿ ਮੈਂ ਹੁਣ ਐਂਡ ਹੋ ਗਿਆ ਮੇਰੇ ਤੋਂ, ਹੁਣ ਨਹੀਂ, ਮੈਂ ਆਪਣਾ ਕੌਨਫੀਡੈਂਸ ਲੈਵਲ ਖੋ ਚੁੱਕਿਆ ਸੀਗਾ ਕਿ ਵੀ ਮੈਂ ਕਦੇ ਨਸ਼ਾ ਛੱਡ ਸਕਦਾ। ਬਹੁਤੇ ਬੁਰੇ ਹਾਲ ਹੋ ਗਏ ਸੀਗੇ ਮੇਰੇ ਕਿ ਵੀ ਇੱਕ ਟਾਈਮ 'ਤੇ ਤਾਂ ਐਂ ਲੱਗਦਾ ਸੀਗਾ, ਮੈਂ ਰੋਟੀ ਖਾਣ ਨੂੰ ਵੀ ਸੋਚਦਾ ਸੀਗਾ ਯਾਰ ਖਾਊਂਗਾ, ਰੋਟੀ ਖਾ ਕੇ ਪਾਣੀ ਪੀਊਂਗਾ ਤਾਂ ਮੈਨੂੰ ਪਤਾ ਫਿਰ ਤੋੜ ਲੱਗਣੀ ਆ। ਰੋਟੀ ਖਾਣ ਤੋਂ ਬਾਅਦ ਵੀ ਐਂ ਹੁੰਦਾ ਸੀ ਵੋਮਿਟ ਨਾ ਆ ਜੇ, ਕਿ ਬਈ ਅੰਦਰ ਕੁਝ ਖੜਦਾ ਨਹੀਂ ਸੀਗਾ, ਸਰੀਰ 'ਚ ਇੰਨੀ ਕੁ ਜਾਨ ਨਹੀਂ ਸੀ ਕਿ ਮੈਂ ਆਪਦੇ ਉੱਠ ਕੇ ਭਾਂਡੇ ਆਏ ਸਿੰਕ 'ਚ ਰੱਖਦਾ ਕਿ ਬਈ ਹਾਂ ਘਰ ਦੇ ਭਾਂਡੇ ਧੋ ਦੂੰਗੇ। ਆਪਦੇ ਆਪ ਨੂੰ ਕਦੇ ਮੂੰਹ ਨਹੀਂ ਧੋਣਾ, ਕਦੇ ਕੁਛ ਨਹੀਂ ਕਰਨਾ, ਪਏ ਰਹਿਣਾ ਬੈੱਡ 'ਤੇ ਸਾਰੀ ਦਿਹਾੜੀ, ਬੈੱਡ 'ਤੇ ਦੇਖਣਾ, TV ਦੇਖੀ ਜਾਣਾ, TV ਵੀ ਨਹੀਂ ਦੇਖ ਹੋਣਾ, ਕਦੇ ਕਿੱਧਰ ਨੂੰ ਮੂੰਹ ਕਰ ਲੈਣਾ, ਕਦੇ ਕਿਸੇ ਪਾਸੇ ਨੂੰ ਮੂੰਹ ਕਰ ਲੈਣਾ, ਕਦੇ ਉੱਠ ਕੇ ਫਿਰ ਮੂੰਹ ਨਹਾਈ ਜਾਣਾ ਕਿ ਬਈ ਹਾਂ ਤੋੜ ਨਾ ਲੱਗੇ। ਪਰ ਫਿਰ ਵੀ ਨਹੀਂ, ਨਸ਼ੇ ਨੇ ਨਹੀਂ ਰਹਿਣ ਦਿੱਤਾ ਉੱਦਾਂ ਦਾ, ਮਤਲਬ ਕਿ ਸੈੱਟ ਨਹੀਂ ਆਉਣ ਦਿੱਤਾ। ਉਹ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਚੱਲਦੀ ਰਹਿੰਦੀ ਸੀ ਉਦੋਂ, ਵੀ ਨਸ਼ਾ ਕਰਨਾ। ਸੈਂਟਰ 'ਚ ਜਾ ਕੇ ਹੀ ਮੈਂ ਲੋਟ ਆਊਂ, ਤੁਹਾਡੇ ਦਿਮਾਗ 'ਚ ਆਹ ਚੀਜ਼ ਬਹਿ ਗਈ ਕੇਰਾਂ? ਹਾਂਜੀ, ਇੱਕ ਵਾਰੀ ਤਾਂ ਇਹੀ ਹੋ ਗਿਆ ਸੀਗਾ ਕਿ ਵੀ ਹੁਣ ਅਗਰ ਆਪਣੇ ਆਪ ਨੂੰ ਮੈਂ ਬਚਾ ਸਕਦਾ ਤਾਂ ਉਹ ਸੈਂਟਰ 'ਚ ਹੀ ਬਚਾ ਸਕਦਾ। ਬਈ ਕਿੰਨੇ ਕੁ ਪੈਸੇ ਵੇਸਟ ਕੀਤੇ ਆ ਤੁਸੀਂ ਨਸ਼ੇ 'ਤੇ ਅੱਜ ਤੱਕ, ਜੇ ਗੱਲ ਕਰੀਏ? ਜੇ ਅੱਜ ਤੱਕ ਦੀ ਗੱਲ ਕਰੀਏ ਤਾਂ ਮੈਨੂੰ ਹੁਣ, ਮੈਂ ਤੁਹਾਨੂੰ ਐਂ ਤਾਂ ਹਿਸਾਬ ਲਾ ਕੇ ਨਹੀਂ ਦੱਸ ਸਕਦਾ ਕਿੰਨਾ ਕੁ, ਮੈਂ ਮੋਟਾ ਹੀ ਦੱਸ ਦਿੰਦਾ। ਮੈਂ ਆਪਦੀਆਂ 2 ਇਨੋਵਾ ਵੇਚ ਕੇ ਖਾ ਗਿਆ ਜੀ, ਆਪਦੀ ਜਵੈਲਰੀ, ਘਰ ਇਨੋਵਾ ਵੇਚਤੀਆਂ, ਆਪਦੀਆਂ 2 ਜਵੈਲਰੀ ਵੇਚਤੀ। ਹੁਣ ਫਿਰ ਇੱਥੇ ਤੱਕ ਆ ਗਿਆ ਸੀਗਾ ਕਿ ਮੈਂ ਆਪਦੇ ਜਿਹੜੇ ਫ਼ੋਨ ਵਗੈਰਾ ਲਿੱਤੇ, ਸਾਰੇ ਬਾਹਰੋਂ ਫ਼ੋਨ ਮੈਨੂੰ ਭੇਜੇ ਸੀਗੇ ਮੇਰੇ ਭਰਾ ਨੇ, ਬਾਹਰੋਂ ਹੋਰ ਸਮਾਨ ਭੇਜਿਆ ਜਿਹੜਾ ਕੋਈ ਵਧੀਆ, ਮਤਲਬ ਕਿ ਜਿਹਦਾ ਇੱਥੇ ਇੰਡੀਆ 'ਚ ਮੁੱਲ ਸੀਗਾ ਹਰੇਕ ਉਸ ਚੀਜ਼ ਦਾ, ਉਹ ਮੈਂ ਸਭ ਵੇਚ ਚੁੱਕਿਆ ਇਸ ਟਾਈਮ। ਮੈਂ ਆਪਦਾ ਬੈਂਕ ਬੈਲੈਂਸ ਜਮਾਂ ਨਿੱਲ ਕਰਕੇ ਰੱਖਿਆ ਮੈਂ ਜਦੋਂ ਬਾਈ ਪੈਸੇ ਨਹੀਂ ਹੁੰਦੇ ਸੀ ਫਿਰ ਕਿਵੇਂ ਅਰੇਂਜ ਕਰਦੇ ਸੀ ਨਸ਼ਾ? ਪੈਸੇ ਨਹੀਂ ਹੁੰਦੇ ਸੀਗੇ ਵੀ ਫਿਰ ਉਸ ਤੋਂ ਬਾਅਦ ਮਿਹਨਤਾਂ ਕਰਨੀਆਂ, ਕਦੇ ਪੈਡਲਰ ਦੀ ਮਿਹਨਤ ਕਰਨੀ, ਬਾਈ ਤੂੰ ਅੱਜ ਕਰਾ ਦੇ ਮੈਂ ਤੈਨੂੰ ਕੱਲ੍ਹ ਪੈਸੇ ਦੇ ਦੂੰਗਾ, ਕਦੇ ਕਿਸੇ ਤੋਂ ਉਧਾਰ ਮੰਗਣਾ, ਕਦੇ ਕਿਸੇ ਤੋਂ ਉਧਾਰ ਮੰਗਣਾ। ਲੋਕਾਂ ਨੂੰ ਵੀ ਲੱਗ ਗਿਆ ਸੀਗਾ ਪਤਾ ਕਿ ਬਈ ਹੁਣ ਇਹਦਾ ਤਾਂ ਕੰਮ ਹੀ ਹੋ ਗਿਆ ਇਹੀ ਹੈ ਕਿ ਬਈ ਇਹਨੇ ਆ ਜਾਣਾ, ਫੇਰ ਆ ਕੇ ਪੈਸੇ ਮੰਗਣੇ ਆ। ਜਿਹੜੇ ਨਾਲ ਦੇ ਖਾਸ ਹੁੰਦੇ ਸੀਗੇ, ਜਿਨ੍ਹਾਂ ਨੂੰ ਮੈਂ ਆਪਣੇ, ਮੇਰੇ ਨਾਲ ਦੇ ਯਾਰ ਦੋਸਤ ਮੇਰੇ ਬਚਪਨ ਦੇ, ਉਹਨਾਂ ਨੇ ਮੇਰੇ ਫ਼ੋਨ ਚੱਕਣੇ ਬੰਦ ਕਰਤੇ ਬਈ ਇਹ ਨਹੀਂ ਹਟ ਸਕਦਾ, ਇਹਨੇ ਨਸ਼ਾ ਹੀ ਕਰਨਾ, ਇਹਨੇ ਫ਼ੋਨ ਕਰਨਾ ਤਾਂ ਪੈਸੇ ਵਾਸਤੇ ਫ਼ੋਨ ਕਰੂਗਾ, ਨਸ਼ਾ ਕਰੂਗਾ, ਕਿ ਬਈ ਰਹਿਣ ਹੀ ਦਿਓ ਇਹਦਾ ਫ਼ੋਨ। ਰਿਸ਼ਤੇਦਾਰਾਂ ਨੇ ਮੇਰਾ ਫ਼ੋਨ ਚੱਕਣਾ ਬੰਦ ਕਰਤਾ ਸੀਗਾ, ਉਹ ਨਹੀਂ ਫ਼ੋਨ ਚੱਕਦੇ ਸੀਗੇ। ਬਈ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਹਾਨੂੰ ਵਧੀਆ ਬੈਠੇ ਹੋ ਤੁਸੀਂ, ਟੈਟੂਜ਼ ਦੇ ਸ਼ੌਕੀਨ ਵੀ ਲੱਗਦੇ ਹੋ, ਘਰੋਂ ਵੀ ਤੁਸੀਂ ਠੀਕ ਠਾਕ ਲੱਗਦੇ ਹੋ, ਹੈ ਨਾ ਬਈ? ਕਦੇ ਮਹਿਸੂਸ ਹੋਇਆ ਕਿ ਜੇ ਮੈਂ ਆਹ ਰਾਹ ਨਾ ਪਿਆ ਹੁੰਦਾ ਤੇ ਅੱਜ ਕਿੱਥੋਂ ਤੋਂ ਕਿੱਥੇ ਹੁੰਦਾ? ਮਹਿਸੂਸ ਤਾਂ ਜੀ ਬਹੁਤ ਵਾਰੀ ਹੋਇਆ, ਕਈ ਵਾਰ ਰਾਤਾਂ ਨੂੰ ਇੱਥੇ ਰਹਿ ਕੇ ਕਈ ਵਾਰ ਰੋਇਆ ਵੀ ਆ, ਕਈ ਵਾਰ ਸਾਰੀ ਰਾਤ ਬੈਠ ਕੇ ਸੋਚਦਾ ਰਿਹਾ ਵੀ ਅੱਜ ਅਗਰ ਨਸ਼ਾ ਨਾ ਕਰਿਆ ਹੁੰਦਾ ਤਾਂ ਅੱਜ ਕਿਤੇ ਦਾ ਕਿਤੇ ਆਪਦਾ ਬਿਜ਼ਨਸ ਵੀ ਕਿਤੇ ਦਾ ਕਿਤੇ ਹੁੰਦਾ, ਮੇਰੇ ਘਰ ਦੇ ਵੀ ਸੁਖੀ ਹੁੰਦੇ। ਵੀ ਜਿਹੜੀ ਮਾਂ ਨੂੰ ਮੈਂ ਰਵਾਉਂਦਾ ਰਿਹਾ, ਸ਼ਾਇਦ ਅੱਜ ਉਹ ਹੱਸ ਕੇ ਮੈਨੂੰ ਐਂ ਕਹਿੰਦੀ ਕਿ ਵੀ ਹਾਂ, ਇੱਕ ਟਾਈਮ 'ਤੇ ਮੇਰੀ ਮਾਂ ਮੈਨੂੰ ਕਹਿੰਦੀ ਸੀ ਮੇਰੇ ਮੁੰਡੇ ਵਰਗਾ ਮੁੰਡਾ ਨਹੀਂ ਹੈਗਾ, ਸਾਰੇ ਸ਼ਹਿਰ 'ਚ ਕਹਿੰਦੇ ਸੀਗੇ, ਪਰ ਅੱਜ ਹੀ ਉਹੀ ਮਾਂ ਹੁਣ ਮੈਨੂੰ ਐਂ ਕਹਿ ਦਿੰਦੀ ਹੈ ਕਈ ਵਾਰੀ, ਕਹਿੰਦੀ ਤੂੰ ਮੇਰਾ ਸਿਰ ਨੀਵਾਂ ਕਰਾ ਤਾ। ਮੈਨੂੰ ਬਹੁਤ ਕਈ ਵਾਰ ਤਾਂ ਮੈਂ ਇੰਨਾ ਕੁ ਰੋਇਆ ਰਾਤ ਨੂੰ, ਨਾਲ ਦੇ ਉੱਪਰ ਪੁੱਛ ਲੈਂਦੇ ਸੀ, ਕੋਈ ਫੈਲੋ ਮੈਂਬਰ ਪੁੱਛ ਲੈਂਦਾ ਸੀ ਕਿ ਵੀ ਕੀ ਹੋਇਆ। ਹੁਣ ਸਭ ਨੂੰ ਪਤਾ ਸੀਗਾ ਕਿ ਵੀ ਹਾਂ ਹੁੰਦਾ। ਉਸ ਤੋਂ ਬਾਅਦ ਮੈਂ ਕਈ ਵਾਰੀ ਅੱਜ ਵੀ ਅਗਰ ਇਹ ਕਹਿ ਕਿ ਵੀ 5 ਮਹੀਨਿਆਂ 'ਚ ਇੱਥੇ ਰਹਿੰਦੇ ਹੋਏ ਮੈਨੂੰ ਐਂ ਹੋ ਗਿਆ ਕਿ ਵੀ ਹਾਂ ਮੈਂ ਰਿਕਵਰ। ਕਈ ਵਾਰ ਥੋਟ ਆ ਜਾਂਦਾ ਦਿਲ ਦੇ ਵਿੱਚ ਯਾਰ ਕਿ ਵੀ ਦਿਮਾਗ ਦੇ ਵਿੱਚ, ਨਹੀਂ ਯਾਰ ਗਲਤ ਕਰ ਰਿਹਾ ਤੂੰ, ਮਤਲਬ ਕਿ ਜਿਹਨੇ ਤੈਨੂੰ ਕੁੱਖੋਂ ਜੰਮਿਆ, ਜਿਹਨੇ 9 ਮਹੀਨੇ ਪੀੜ ਸਹੀ ਹੈ ਤੇਰੀ, ਤੂੰ ਉਹਨੂੰ ਹੁਣ ਪੀੜ ਦੇ ਰਿਹਾ, ਤੈਨੂੰ 29 ਸਾਲਾਂ ਦਾ ਹੋ ਗਿਆ ਤੂੰ, ਜਿਹਨੇ ਅੱਜ ਤੱਕ ਤੇਰੇ ਇੱਕ ਬੋਲ 'ਤੇ ਤੈਨੂੰ ਐਂ ਕਹਿ ਤੈਨੂੰ ਆਹ ਚੀਜ਼ ਚਾਹੀਦੀ, ਉਹਨੇ ਲਿਆ ਕੇ ਰੱਖਤੀ, ਕਦੇ ਇਹ ਨਹੀਂ ਪੁੱਛਿਆ ਵੀ ਹੁਣ ਤੂੰ ਆਪਣੇ ਆਪ 'ਚ ਨਾ ਇੰਨਾ ਕੁ ਠੀਕ ਹੋ ਕਿ ਵੀ ਅਗਰ ਹੁਣ ਉਹਦਾ ਟਾਈਮ ਆਇਆ ਜਦੋਂ ਉਹਨੇ ਕਿਹਾ ਕਿ ਵੀ ਮੈਨੂੰ ਕੁਛ ਖੁਸ਼ੀਆਂ ਦਿਓ, ਕੁਛ ਦਿਓ,
ਹੁਣ ਆਪਣੇ ਆਪ ਨੂੰ ਤਾਂ ਇੰਨਾ ਕੁ ਠੀਕ ਕਰੀਏ। ਠੀਕ ਤਾਂ ਅਸੀਂ ਕਿਸੇ ਵਾਸਤੇ ਨਹੀਂ, ਆਪਣੇ ਘਰਦਿਆਂ ਵਾਸਤੇ ਹੀ ਹੋਣਾ ਜਾਂ ਆਪਣੇ ਵਾਸਤੇ ਹੋਣਾ। ਭਾਈ ਜਿਵੇਂ ਤੁਸੀਂ ਦੱਸ ਰਹੇ ਹੋ 5 ਮਹੀਨੇ ਹੋ ਗਏ ਹੁਣ ਤੁਸੀਂ ਕੋਈ ਨਸ਼ਾ ਨਹੀਂ ਕੀਤਾ ਤੇ ਤੁਸੀਂ ਸਹੀ ਰਾਹ ਪੈਣ ਦੀ ਕੋਸ਼ਿਸ਼ ਕਰ ਰਹੇ ਹੋ। ਸਰਕਾਰਾਂ ਬਦਲੀਆਂ, ਪਹਿਲਾਂ ਵਾਲੀ ਸਰਕਾਰ ਸੀ, ਹੁਣ ਸਰਕਾਰ ਆਈ ਹੈ। ਅਕਸਰ ਹੀ ਗੱਲਾਂ ਹੁੰਦੀਆਂ ਕਿ ਅਸੀਂ ਨਸ਼ਾ ਬੰਦ ਕਰਾਂਗੇ ਪੰਜਾਬ 'ਚ, ਜਾਂ ਨਸ਼ਾ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ ਵੱਲ ਪਏ ਆ ਉਹਨਾਂ ਨੂੰ ਨਸ਼ੇ ਤੋਂ ਹਟਾਵਾਂਗੇ। ਤੁਹਾਨੂੰ ਜਿਵੇਂ 5 ਮਹੀਨੇ ਹੋ ਗਏ, ਤੁਹਾਨੂੰ ਕੀ ਲੱਗਦਾ ਕਿਹੜੇ ਬਦਲਾਅ ਦੀ ਲੋੜ ਹੈ ਜਾਂ ਹੋਰ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਤਾਂ ਕਿ ਨੌਜਵਾਨਾਂ ਨੂੰ ਨਸ਼ਾ ਨਾ ਮਿਲੇ ਜਾਂ ਨਸ਼ੇ ਤੋਂ ਪਾਸੇ ਹਟਣ? ਦੇਖੋ, ਨੌਜਵਾਨਾਂ ਨੂੰ ਨਸ਼ਾ ਨਾ ਮਿਲੇ ਜੀ, ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਆਪਣੇ ਹੁਣ ਇੱਥੇ ਸਟ੍ਰਿਕਟ ਹੋਣਾ ਚਾਹੀਦਾ, ਤਾਂ ਅਗਰ ਸਰਕਾਰ ਨੂੰ ਹੋਣਾ ਚਾਹੀਦਾ ਤਾਂ ਮਹਿਕਮੇ 'ਤੇ ਹੋਣਾ ਚਾਹੀਦਾ। ਕਿਉਂਕਿ ਅਗਰ ਜੇ ਨਸ਼ਾ ਆ ਰਿਹਾ, ਜੇ ਮਹਿਕਮੇ ਨੇ ਫੜ ਲਿਆ, ਮਹਿਕਮਾ ਫੜਦਾ ਉਹਨੂੰ ਨਹੀਂ ਹੈ ਜਿਹੜਾ ਮੇਨ ਕਹਿੰਦੇ ਆ ਮਗਰਮੱਛ ਹੋਊਗਾ, ਉਹਨੂੰ ਨਹੀਂ ਫੜੂਗਾ। ਜਿਹੜੇ ਛੋਟੇ ਛੋਟੇ ਬਾਸ਼ਿੰਦੇ ਹੋਣਗੇ ਨਾ ਜੀ, ਉਹਨਾਂ ਨੂੰ ਫੜ ਲੈਣਗੇ, ਉਹਨਾਂ 'ਤੇ ਪਰਚੇ ਵੀ ਪੈਣਗੇ, ਉਹਨਾਂ ਨਾਲ ਸਭ ਕੁਝ ਹੋਊਗਾ। ਉਹਨਾਂ ਨੂੰ ਟੌਰਚਰ ਵੀ ਕਰਿਆ ਜਾਂਦਾ, ਉਹਨਾਂ 'ਤੇ ਨਜਾਇਜ਼ ਪਰਚੇ ਵੀ ਪੈਂਦੇ ਆ, ਸਭ ਕੁਝ ਹੁੰਦਾ। ਪਰ ਜਿਹੜੇ ਉਹ ਐਂ ਕਹਿ ਦਈਏ ਆਪਾਂ ਮਗਰਮੱਛ ਹੁੰਦੇ ਆ, ਉਹ ਫੜੇ ਵੀ ਜਾਣਗੇ, ਉਹ ਪੈਸੇ ਦੇ ਕੇ ਨਿਕਲ ਵੀ ਜਾਂਦੇ ਆ। ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੁੰਦਾ ਕਿ ਵੀ ਹਾਂ ਆ ਪੈਸੇ 'ਤੇ ਆ ਗਏ, ਅਸੀਂ ਕੀ ਕਰਨਾ ਵਿਕ। ਪਰ ਉਹ ਇਹਨਾਂ ਨੂੰ, ਸਰਕਾਰ ਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਜੇ ਉਹਨੂੰ ਆਪਾਂ ਛੱਡ ਰਹੇ ਹਾਂ ਅਤੇ ਉਹ ਨਸ਼ਾ ਕਿੰਨਿਆਂ ਦੇ ਅੱਗੇ ਮੌਤ ਦਾ ਘਰ ਬਣਨਾ। ਕਿਉਂਕਿ ਜਦ ਇੱਕ ਮਗਰਮੱਛ ਨੂੰ ਫੜਦੇ ਆ ਨਾ ਜੀ, ਹੁਣ ਮੇਰੇ ਹੀ ਸ਼ਹਿਰ ਦੇ ਵਿੱਚ ਕਈ ਨੇ ਜਿਹੜੇ ਨਸ਼ਾ ਵੇਚਦੇ ਆ, ਡੀਲਰਸ ਨੇ, ਪ੍ਰੋਪਰ ਪੈਡਲਰਸ ਨੇ, ਜਿਹੜੇ ਬਹੁਤ ਨੇ, ਆਉਂਦੇ ਨੇ, ਉਹਨਾਂ ਨੂੰ ਫੜਦੇ ਨੇ, ਠੀਕ ਹੈ ਜੀ, ਹਾਂਜੀ ਗਏ, ਸਾਨੂੰ ਵੀ ਪਤਾ ਲੱਗ ਜਾਂਦਾ ਜੀ, ਚੱਕ ਲਿਆ ਕਿ ਵੀ ਆਪ ਉਸ ਟਾਈਮ ਅਸੀਂ ਨਸ਼ਾ ਕਰਦੇ ਸੀ, ਹਾਂਜੀ ਪਤਾ ਜੀ ਨਸ਼ਾ ਨਹੀਂ ਮਿਲ ਰਿਹਾ, ਚੱਕ ਲਿਆ। ਪਰ ਉਹ ਸ਼ਾਮ ਨੂੰ ਆ ਕੇ ਕਹਿੰਦਾ ਮੈਂ ਆ ਗਿਆ ਵਾਪਸ। ਅਗਲੇ ਪੈਸੇ ਦਿੰਦੇ ਆ, ਅਗਲੇ ਆ ਜਾਂਦੇ ਆ। ਪਹਿਲਾਂ ਸਰਕਾਰ ਨੂੰ ਸਟ੍ਰਿਕਟ ਹੋਣਾ ਪੈਣਾ ਆਪਣੇ ਮਹਿਕਮੇ 'ਤੇ। ਮਹਿਕਮੇ ਨੇ ਅੱਗੇ ਜਾ ਕੇ ਅਗਰ ਕਰਨਾ, ਮਹਿਕਮਾ ਨਾ ਸੁਣੇ ਕੌਣ ਹੈ ਕੌਣ ਨਹੀਂ ਹੈ, ਠੀਕ ਹੈ ਯਾਰ, ਜਿਹੜਾ ਹਜੇ ਨਵਾਂ ਇਹਦੇ ਵਿੱਚ ਵੜਿਆ ਉਹ 'ਤੇ ਪਰਚਾ ਪਾਉਣ ਦੀ ਬਜਾਏ ਉਹਦੇ ਘਰਦਿਆਂ ਨੂੰ ਰਾਹ ਦੱਸਿਆ ਜਾਵੇ ਕਿ ਵੀ ਇਹਨੂੰ ਰੀਹੈਬਲੀਟੇਸ਼ਨ ਸੈਂਟਰ 'ਚ ਲੈ ਕੇ ਜਾਓ, ਇਹਦੀਆਂ ਆਦਤਾਂ ਸ਼ਾਇਦ ਉੱਥੇ ਬਦਲਣ। ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ, ਕਈ ਵਾਰੀ ਜਿਵੇਂ ਹੋਰ ਵੀ ਬਾਈਆਂ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਕਈ ਕਹਿੰਦੇ ਆ ਕਿ ਨਸ਼ਾ ਛਡਾਊ ਕੇਂਦਰ ਨੇ, ਉੱਥੇ ਵੀ ਕਹਿਣ ਨੂੰ ਹੈ ਨਸ਼ਾ ਛਡਾਊ, ਪਰ ਉੱਥੇ ਵੀ ਨਸ਼ਾ ਓਨਾ ਹੀ ਮਿਲਦਾ। ਨਹੀਂ, ਇਹ ਤਾਂ ਦੇਖੋ ਜੀ, ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਵੀ ਨਸ਼ਾ ਛਡਾਊ ਕੇਂਦਰ 'ਚ ਵੀ ਨਸ਼ਾ ਮਿਲਦਾ। ਇੱਥੇ ਨਸ਼ਾ ਨਹੀਂ ਮਿਲਦਾ, ਇੱਥੇ ਨਸ਼ੇ ਤੋਂ ਦੂਰ ਰੱਖਿਆ ਵੀ ਜਾਂਦਾ ਅਤੇ ਰਹਿਣਾ ਕਿਵੇਂ ਉਹ ਵੀ ਸਿਖਾਇਆ ਜਾਂਦਾ। ਕਿਉਂਕਿ ਹੁਣ ਜੇ ਮੈਂ ਕਹਿ ਦਾਂ ਕਿ ਵੀ ਮੈਨੂੰ ਉਰੇ 5 ਮਹੀਨੇ ਹੋ ਗਏ, ਮੈਨੂੰ ਤੁਹਾਡੇ ਸਾਹਮਣੇ ਬੈਠਾ, ਮੈਨੂੰ ਕਿਹੜਾ ਕਿਸੇ ਚੀਜ਼ ਦੀ ਤੋੜ ਹੈ ਜਾਂ ਮੈਨੂੰ ਨਸ਼ਾ ਮਿਲ ਰਿਹਾ ਉਰੇ ਮੈਂ ਤਾਂ ਬੈਠਾ। ਇਹ ਤਾਂ ਸਿਰਫ ਕਹਿਣ ਨੂੰ ਹੈ ਕਿ ਬਈ ਕਈਆਂ ਦੇ ਸੋਚਣੀ ਹੈਗੀ ਹੈ ਕਿ ਬਈ ਹਾਂ ਜੀ, ਹਾਂ ਬਈ ਨਹੀਂ ਜੀ, ਸੈਂਟਰ ਦੇ ਵਿੱਚ ਵੀ ਨਸ਼ਾ ਮਿਲਦਾ। ਜੇ ਸੈਂਟਰਾਂ 'ਚ ਵੀ ਨਸ਼ਾ ਮਿਲਦਾ ਹੋਵੇ, ਇੱਥੇ ਸਾਰਾ ਕੁਝ ਹੁੰਦਾ, ਸੈਂਟਰਾਂ ਦੀ ਵੀ ਇੰਸਪੈਕਸ਼ਨਾਂ ਹੁੰਦੀਆਂ, ਸਭ ਕੁਝ ਹੁੰਦਾ, ਪ੍ਰੋਪਰਲੀ ਚੈੱਕ ਕਰਿਆ ਜਾਂਦਾ। ਇੱਥੇ ਸਟਾਫ ਹੁੰਦਾ, ਮੇਨ ਸਟਾਫ ਹੁੰਦਾ, ਦੇਖਦੇ ਆ ਪ੍ਰੋਪਰ ਤਰੀਕੇ ਨਾਲ ਇੱਕ ਟਰੀਟਮੈਂਟ ਦਿੱਤਾ ਜਾਂਦਾ ਕਿ ਬਈ ਇਹ ਨਹੀਂ ਹੈਗਾ ਕਿ ਵੀ ਹਾਂਜੀ ਹਾਂ ਸੈਂਟਰ ਭਰਤੀ ਕਰਤਾ, ਮੁੰਡਾ ਅੰਦਰ ਸਿੱਟਿਆ ਹੋਇਆ ਪਤਾ ਹੀ ਨਹੀਂ ਹੈਗਾ। ਟਰੀਟਮੈਂਟ ਚੱਲਦਾ, ਟਰੀਟਮੈਂਟ ਦੇ ਵਿੱਚ ਇਹੀ ਦੱਸਿਆ ਜਾਂਦਾ ਜੀ ਵੀ ਨਸ਼ੇ ਤੋਂ ਦੂਰ ਕਿਵੇਂ ਰਹਿਣਾ। ਤਾਂ ਮੇਨ ਬਾਈ ਜੇ ਨਸ਼ਾ ਛੱਡਣਾ ਤਾਂ ਆਪਣੀ ਚਾਹਤ ਹੋਣੀ ਚਾਹੀਦੀ ਹੈ। ਜੇ ਤੁਸੀਂ ਚਾਹਵਾਨ ਹੋ ਨਸ਼ਾ ਛੱਡਣ ਨੂੰ ਤਾਂ ਤੁਸੀਂ ਉਸ ਰਾਹ ਇੱਕ ਵਾਰ ਇੱਕ ਸਟੈਪ ਚੱਕੋਗੇ ਤਾਂ ਉੱਧਰ ਪਾਓਗੇ ਹੀ ਪਾਓਗੇ, ਨਹੀਂ? ਇਹ ਬਿਲਕੁਲ ਜੀ, ਇਹ ਨੇ ਅਸੀਂ ਇਹ ਤਾਂ ਹੁਣ ਸਾਨੂੰ ਵੀ ਦੱਸਦੇ ਨੇ ਕਿ ਬਈ ਬਹੁਤ ਵੱਡੇ ਤੋਂ ਵੱਡਾ ਸਾਇੰਟਿਸਟ ਵੀ ਇਹ ਕਹਿੰਦਾ ਕਿ ਬਈ ਕਿਸੇ ਨਾਲ ਕੋਈ ਧੱਕੇ ਨਾਲ ਨਸ਼ਾ ਨਹੀਂ ਛੱਡਿਆ ਜਾਂਦਾ। ਬਈ ਜੋ ਬੰਦੇ ਦਾ ਆਪ ਦੀ ਥੋੜ੍ਹੀ ਜਿਹੀ ਵਿਲਿੰਗਨੈਸ ਹੋਊਗੀ ਨਾ ਕਿ ਬਈ ਹੁਣ ਨਹੀਂ ਨਸ਼ਾ ਨਹੀਂ ਕਰਨਾ, ਅਤੇ ਉਹ ਨਸ਼ਾ ਨਹੀਂ ਕਰੂਗਾ। ਮੈਂ ਹੁਣ ਕਿਉਂਕਿ ਆਪ ਦੀ ਉਹੀ ਸੋਚ, ਮੈਨੂੰ ਮੇਰੇ ਘਰ ਦੇ ਇੱਥੋਂ ਲੈਣ ਵੀ ਆਏ 2 ਵਾਰੀ, ਮੈਨੂੰ 2 ਵਾਰੀ ਕਹਿੰਦੇ ਚੱਲ ਚੱਲੀਏ, ਪਰ ਮੈਂ ਆਪਦੇ ਘਰਦਿਆਂ ਨੂੰ ਮਨਾ ਕਰਤਾ ਕਿ ਵੀ ਨਹੀਂ ਮੈਂ ਹਜੇ ਨਹੀਂ ਜਾਣਾ ਹੈਗਾ, ਕਿਉਂਕਿ ਹਜੇ ਮੈਨੂੰ ਪਤਾ ਮੈਂ ਪ੍ਰੋਪਰ ਠੀਕ ਨਹੀਂ ਹੋਇਆ। ਹੁਣ ਜਿਸ ਦਿਨ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਜਾਂ ਕਿਸੇ ਨੇ ਠੀਕ ਹੋਣਾ ਨਹੀਂ ਹੋਣਾ, ਮੈਨੂੰ ਆਪ ਦਾ ਪਤਾ ਮੈਂ ਉਰੇ ਠੀਕ ਹੋਣਾ ਆ ਅਤੇ ਮੈਂ ਹੁਣ ਉਰੋਂ ਠੀਕ ਹੋ ਕੇ ਹੀ ਨਿਕਲਣਾ। ਮੈਨੂੰ ਹੋਰ ਕਿਸੇ ਨਾਲ ਕੋਈ ਲੈਣਾ, ਮੈਂ ਠੀਕ ਹੋ ਕੇ ਨਿਕਲਣਾ ਵੀ ਮੈਂ ਹੁਣ ਇਸ ਦਲਦਲ 'ਚੋਂ ਬਾਹਰ ਨਿਕਲਣਾ। ਬਹੁਤ ਟਾਈਮ ਹੋ ਗਿਆ, ਮਤਲਬ ਕਿ ਮੈਂ ਆਪਦੇ 13 ਸਾਲ ਇਸ ਦਲਦਲ ਨੂੰ ਦੇ ਤੇ, ਮੈਂ ਹੋਰ ਮੇਰੇ 'ਚ ਹੁਣ ਹਿੰਮਤ ਵੀ ਨਹੀਂ ਹੈ ਅਤੇ ਨਾ ਮੈਂ ਕਰ ਸਕਦਾ।
ਬਹੁਤ ਬਹੁਤ ਧੰਨਵਾਦ ਬਾਈ, ਜਿਵੇਂ ਤੁਸੀਂ ਦੱਸਿਆ ਹਿੰਮਤ ਕਰ ਰਹੇ ਹੋ ਤੇ ਵਾਹਿਗੁਰੂ ਕਹਿੰਦੇ ਆ ਨਾ, ਜੇ ਤੁਸੀਂ ਹਿੰਮਤ ਕਰੋਗੇ ਤਾਂ ਮੈਂ ਤੁਹਾਡੇ ਨਾਲ ਖੜਾ ਹਾਂ। ਕੋਈ ਗੱਲ ਨਹੀਂ, ਜੇ ਗਲਤ ਰਾਹ ਪਏ ਹੋ ਤਾਂ ਗਲਤ ਰਾਹ ਚੋਂ ਕੱਢਣ ਵਾਲੇ ਵੀ ਹੋ, ਜੇ ਹਿੰਮਤ ਕਰੋਗੇ ਤਾਂ ਜ਼ਰੂਰ ਤੁਸੀਂ ਵੀ ਸਹੀ ਹੋਵੋਗੇ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਵਧੀਆ ਆਪਦਾ ਜਿਹੜੇ ਰਾਹ ਪਏ ਹੋ ਤੁਸੀਂ ਇਸ ਰਾਹ 'ਤੇ ਕਾਮਯਾਬ ਹੋ ਤੇ ਆਪਦੇ ਘਰਦਿਆਂ ਦਾ ਵਧੀਆ ਤੁਸੀਂ ਧਿਆਨ ਰੱਖੋ ਤੇ ਸਭ ਕੁਝ ਵਧੀਆ ਰਵੇ। ਧੰਨਵਾਦ ਬਾਈ ਜੀ। ਤਾਂ ਇਹ ਸੀ ਉਹ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਦੁਆ ਕਰਦੇ ਹਾਂ ਕਿ ਬਾਈ ਜਿਹੜੇ ਰਾਹ 'ਤੇ ਪਿਆ ਉਹ ਰਾਹ 'ਤੇ ਕਾਮਯਾਬ ਹੋਵੇ ਤੇ ਵਧੀਆ ਰਹਿਣ, ਆਉਣ ਵਾਲੇ ਟਾਈਮ 'ਚ ਆਪਦੇ ਘਰਦਿਆਂ ਦਾ ਧਿਆਨ ਰੱਖ ਸਕਣ ਤੇ ਆਪਣਾ ਵੀ ਵਧੀਆ ਧਿਆਨ ਰੱਖ ਸਕਣ। ਕੈਮਰਾਮੈਨ ਧਰਮ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।